ਹੈਲੋ ਗਾਇਜ਼ ਲਰਨਿੰਗ ਅਲਾਉਡ ਤੇ ਤੁਹਾਡਾ ਸਵਾਗਤ ਆ। ਸੋ ਦੋਸਤੋ ਅੱਜ ਦਾ ਜਿਹੜਾ ਆਪਣਾ ਟੌਪਿਕ ਉਹ ਹੈ UGC ਮਤਲਬ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ। ਸੋ ਆਪਾਂ ਅੱਜ ਪੜਾਂਗੇ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਕੰਮ ਕੀ ਨੇ, ਕਿ ਮਤਲਬ ਫੰਕਸ਼ਨਸ ਕੀ ਨੇ ਇਹਦੇ, ਅਤੇ ਉਹ ਕਿਹੜੇ ਟੌਪਿਕ ਨੇ ਜਿਨ੍ਹਾਂ ਦੇ ਉੱਤੇ ਇਹ ਯੂਨੀਵਰਸਿਟੀ ਕੰਮ ਕਰਦੇ। ਸੋ ਅਗਰ ਆਪਾਂ ਮੋਟੀ ਗੱਲ ਕਰੀਏ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹੈ ਕੀ ਹੈ, ਤਾਂ ਆਪਾਂ ਕਹਿ ਸਕਦੇ ਹਾਂ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਹਾਇਰ ਐਜੂਕੇਸ਼ਨ ਦੇ ਵਿੱਚ ਸੁਧਾਰ ਲੈ ਕੇ ਆਉਂਦੀ ਆ। ਠੀਕ ਆ, ਯੂਨੀਵਰਸਿਟੀਆਂ ਦੇ ਆਪਸ ਵਿੱਚ ਤਾਲਮੇਲ ਪੈਦਾ ਕਰਦੀ ਆ, ਗਰਾਂਟਾਂ ਦਿੰਦੀ ਆ ਇਹ ਕਾਲਜਸ ਐਂਡ ਯੂਨੀਵਰਸਿਟੀਆਂ ਨੂੰ। ਸੋ ਇਹ ਇੱਕ ਅਜਿਹੀ ਸੰਸਥਾ ਜਿਹੜੀ ਕਿ ਸਿੱਖਿਆ ਦੇ ਵਿੱਚ ਸੁਧਾਰ ਲੈ ਕੇ ਆਉਂਦੀ ਆ, ਤੇ ਉਹ ਕਿਹੜੀ ਸਿੱਖਿਆ? ਉੱਚ ਸਿੱਖਿਆ ਦੇ ਵਿੱਚ। ਸੋ ਇਹ ਇੱਕ ਖੁਦਮੁਖਤਿਆਰੀ ਸੰਸਥਾ ਜਿਹੜੀ ਕਿ 1956 ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਸੋ ਦੋਸਤੋ ਆਪਾਂ ਅੱਗੇ ਗੱਲ ਕਰੀਏ ਇਸ ਤੋਂ ਪਹਿਲਾਂ ਆਪਾਂ ਇਹਦੀ ਥੋੜ੍ਹੀ ਜਿਹੀ ਹਿਸਟਰੀ ਦੇ ਬਾਰੇ ਜਾਣ ਲੈਂਦੇ ਹਾਂ। ਸੋ ਇਹਦੀ ਹਿਸਟਰੀ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 1944 ਦੇ ਵਿੱਚ ਇੱਕ ਸਾਰਜੈਂਟ ਰਿਪੋਰਟਰ ਆਈ ਸੀ। ਠੀਕ ਆ, ਉਸ ਰਿਪੋਰਟਰ ਦੇ ਵਿੱਚ ਇਹ ਗੱਲ ਕਰੀ ਗਈ ਕਿ ਜਿਹੜਾ ਐਜੂਕੇਸ਼ਨ ਸਿਸਟਮ ਆ ਉਸ ਦੇ ਵਿੱਚ ਥੋੜ੍ਹਾ ਜਿਹਾ ਸੁਧਾਰ ਕੀਤਾ ਜਾਵੇ, ਅਤੇ ਉਸ ਦੇ ਸੋ ਉਸ ਤੋਂ ਬਾਅਦ ਪਹਿਲੀ ਕੋਸ਼ਿਸ਼ ਇਹ ਕੀਤੀ ਗਈ ਕਿ ਸਾਰਜੈਂਟ ਰਿਪੋਰਟਰ ਪੇਸ਼ ਕੀਤੀ ਗਈ, ਅਤੇ ਉਸ ਦੇ ਵਿੱਚ ਇੱਕ ਸਲਾਹਕਾਰੀ ਬੋਰਡ ਬਣਿਆ ਸੀ ਜਿਸ ਨੇ ਯੂਨੀਵਰਸਿਟੀ ਗ੍ਰਾਂਟ ਕਮੇਟੀ ਦੀ ਸਿਫਾਰਿਸ਼ ਕੀਤੀ ਗਈ ਸੀ। ਸੋ ਉਸ ਤੋਂ ਬਾਅਦ ਯੂਨੀਵਰਸਿਟੀ ਗ੍ਰਾਂਟਸ ਕਮੇਟੀ ਦਾ ਜਿਸ ਦਾ ਗਠਨ 1945 ਦੇ ਵਿੱਚ ਕੀਤਾ ਗਿਆ ਸੀ, ਅਤੇ ਉਹ ਉਸ ਟਾਈਮ ਜਦੋਂ ਕੀਤਾ ਗਿਆ ਸੀ ਤਾਂ ਇਸ ਦੇ ਵਿੱਚ ਅਲੀਗੜ੍ਹ ਯੂਨੀਵਰਸਿਟੀ, ਬਨਾਰਸ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ, ਤਿੰਨ ਯੂਨੀਵਰਸਿਟੀਆਂ ਸੀਗੀਆਂ ਜਿਸ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਕਿਸ ਨੂੰ ਦਿੱਤੀ ਗਈ? ਯੂਨੀਵਰਸਿਟੀ ਗ੍ਰਾਂਟ ਕਮੇਟੀ ਦਿੱਤੀ ਗਈ ਸੀ 1945 ਦੇ ਵਿੱਚ। ਸੋ ਉਸ ਤੋਂ ਅੱਗੇ 1947 ਦੇ ਵਿੱਚ ਇਹ ਕਮੇਟੀ ਨੂੰ ਸਾਰੀਆਂ ਯੂਨੀਵਰਸਿਟੀਆਂ, ਜਿੰਨੀਆਂ ਵੀ ਯੂਨੀਵਰਸਿਟੀਆਂ ਸੀਗੀਆਂ, ਉਹਨਾਂ ਨੂੰ ਨਿਯੰਤਰਣ ਕਰਨ ਦੇ ਮਕਸਦ ਦੇ ਨਾਲ ਪੇਸ਼ ਕੀਤਾ ਗਿਆ। ਠੀਕ ਆ, ਫਿਰ ਉਸ ਤੋਂ ਬਾਅਦ 1948 ਦੇ ਵਿੱਚ ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨ ਜੀ ਨੇ ਇਹ ਸੁਝਾਅ ਦਿੱਤਾ ਕਿ ਜਿਹੜੀ ਮੌਜੂਦਾ ਯੂਨੀਵਰਸਿਟੀ ਐਜੂਕੇਸ਼ਨ ਕਮੇਟੀ ਉਸ ਨੂੰ ਇੱਕ ਬ੍ਰਿਟੇਨ ਦੀ ਤਰ੍ਹਾਂ ਆਪਣੇ ਪੂਰੇ ਇੰਡੀਆ ਦੇ ਵਿੱਚ ਬਦਲ ਦੇਣਾ ਚਾਹੀਦਾ। ਮਤਲਬ ਜਿੰਨੀਆਂ ਵੀ ਇੰਡੀਆ ਦੇ ਯੂਨੀਵਰਸਿਟੀਆਂ ਨੇਗੀਆਂ ਉਹਨਾਂ ਨੂੰ ਇਹਦੇ ਅੰਡਰ ਲੈ ਲੈਣਾ ਚਾਹੀਦਾ। ਠੀਕ ਆ, ਸੋ ਉਸ ਤੋਂ ਬਾਅਦ 28 ਦਸੰਬਰ 1953 ਨੂੰ ਮੌਲਾਨਾ ਅਬੁਲ ਕਲਾਮ ਜੀ, ਜਿਹੜੇ ਉਸ ਸਮੇਂ ਸਾਬਕਾ ਸਿੱਖਿਆ ਮੰਤਰੀ ਸੀ, ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਉਦਘਾਟਨ ਕੀਤਾ। ਸੋ ਉਸ ਤੋਂ ਬਾਅਦ 1956 ਦੇ ਵਿੱਚ UGC ਨੂੰ ਇੱਕ ਸੰਸਦੀ ਤੌਰ 'ਤੇ ਆਪਣੇ ਖੁਦਮੁਖਤਿਆਰੀ ਸੰਸਥਾ ਬਣਾ ਦਿੱਤਾ ਗਿਆ, ਇੱਕ ਗੌਰਮੈਂਟ ਬੋਡੀ ਬਣਾ ਦਿੱਤਾ ਗਿਆ ਜਿਸ ਦਾ ਕੰਮ ਸੀਗਾ ਹਾਇਰ ਐਜੂਕੇਸ਼ਨ ਦੇ ਸਿੱਖਿਆ ਦੇ ਮਿਆਰਾਂ ਨੂੰ ਉੱਚਾ ਚੁੱਕਣਾ, ਯੂਨੀਵਰਸਿਟੀ ਸਿੱਖਿਆ ਦੇ ਵਿੱਚ ਤਾਲਮੇਲ ਲੈ ਕੇ ਆਉਣਾ, ਦ੍ਰਿੜਤਾ ਉਸ ਦੇ ਰੱਖ ਰਖਾਅ ਦੀ ਨਿਗਰਾਨੀ ਕਰਨਾ, ਗਰਾਂਟਾਂ ਦੇਣੀਆਂ। ਠੀਕ ਆ, ਸੋ ਇਸ ਤਰ੍ਹਾਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਸੋ ਉਸ ਤੋਂ ਬਾਅਦ 1994 1995 ਵਿੱਚ UGC ਨੇ ਪੁਣੇ, ਹੈਦਰਾਬਾਦ, ਕੋਲਕਾਤਾ, ਭੋਪਾਲ, ਗੁਹਾਟੀ ਅਤੇ ਬੰਗਲੌਰ ਵਿਖੇ ਭਾਰਤ ਵਿੱਚ ਖੇਤਰ ਅਨੁਸਾਰ ਸਿੱਖਿਆ ਪ੍ਰਣਾਲੀ ਨੂੰ ਨਿਯੰਤਰਣ ਕਰਨ ਦੇ ਲਈ 6 ਕੇਂਦਰਾਂ ਦੀ ਸ਼ੁਰੂਆਤ ਕੀਤੀ ਸੀਗੀ। ਸੋ ਮੌਜੂਦਾ ਸਮੇਂ ਜਿਹੜਾ ਇਹਦਾ ਮੁੱਖ ਦਫ਼ਤਰ ਉਹ ਨਵੀਂ ਦਿੱਲੀ ਵਿੱਚ ਆ, ਜਿਹੜਾ ਕਿ ਬਹਾਦਰ ਸ਼ਾਹ ਜ਼ਫਰ ਮਾਰਗ ਉੱਪਰ ਸਥਿਤ ਹੈ। ਸੋ ਇਸ ਤੋਂ ਪਹਿਲਾਂ ਆਪਾਂ ਅੱਗੇ ਗੱਲ ਕਰੀਏ। ਸੋ ਦੋਸਤੋ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਕਮੈਂਟ ਕਰੋ। ਸੋ ਚਲੋ ਆਪਾਂ ਜ਼ਿਆਦਾ ਗੱਲ ਨਾ ਕਰਦੇ ਹੋਏ ਅੱਗੇ ਸਟਾਰਟ ਕਰਦੇ ਹਾਂ। ਸੋ ਚਲੋ ਆਪਾਂ ਹੁਣ ਪੜ੍ਹਦੇ ਹਾਂ ਇਸ ਦੀ ਸਥਾਪਨਾ ਦੇ ਬਾਰੇ। ਦਾ UGC however was formally established only in November 1956 as a statutory body of the Government of India through an act of Parliament for the coordination, determinations and maintenance of standard of the university education in India। ਕਹਿਣ ਦਾ ਭਾਵ ਇੱਕ ਅਜਿਹੀ ਬੋਡੀ ਜਿਸ ਨੂੰ 1956 ਦੇ ਵਿੱਚ ਸਿੱਖਿਆ ਦੇ ਵਿੱਚ ਤਾਲਮੇਲ ਲੈ ਕੇ ਆਉਣ ਦੇ ਇਰਾਦੇ ਨਾਲ, ਉਸ ਦੇ ਮਿਆਰਾਂ ਨੂੰ ਉੱਚਾ ਚੁੱਕਣ ਦੇ ਨਾਲ, ਉਸ ਦੇ ਰੱਖ ਰਖਾਅ ਦੇ ਲਈ ਭਾਰਤ ਸਰਕਾਰ ਨੇ 1956 ਦੇ ਵਿੱਚ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਸਥਾਪਿਤ ਕੀਤਾ ਸੀ। ਸੋ ਇਸ ਦਾ ਜਿਹੜਾ ਮੁੱਖ ਮਕਸਦ ਸੀਗਾ ਉਹ ਇਹ ਸੀ ਵੀ ਜਿੰਨੀਆਂ ਵੀ ਯੂਨੀਵਰਸਿਟੀਜ਼ ਨੇਗੀਆਂ ਉਹਨਾਂ ਦੇ ਆਪਸ ਵਿੱਚ ਤਾਲਮੇਲ ਪੈਦਾ ਕੀਤਾ ਜਾਵੇ। ਠੀਕ ਆ, ਉਹਨਾਂ ਦੇ ਜਿਹੜਾ ਸਟੈਂਡਰਡ ਆ, ਉਹਨਾਂ ਦਾ ਜਿਹੜਾ ਮਿਆਰ ਨੇ ਉਹਨਾਂ ਨੂੰ ਮਿਥਿਆ ਜਾਵੇ ਤਾਂ ਜੋ ਉਹ ਉਸ ਸਟੈਂਡਰਡ ਤੱਕ ਆਪਣੀ ਸਿੱਖਿਆ ਦਾ ਮਿਆਰ ਉੱਚਾ ਚੱਕ ਸਕਣ। ਠੀਕ ਆ, ਸੋ ਇੱਕ ਇਸ ਤਰ੍ਹਾਂ ਦੀ ਬੋਡੀ ਜਿਹੜੀ ਕਿ ਸਿੱਖਿਆ ਦੇ ਵਿੱਚ ਸੁਧਾਰ ਲੈ ਕੇ ਆਉਂਦੀ ਸੀ, ਉਹ ਵੀ ਯੂਨੀਵਰਸਿਟੀ ਸਿੱਖਿਆ ਦੇ ਨਾਲ ਸੰਬੰਧਿਤ। ਸੋ ਇਹ ਇੱਕ ਤਰ੍ਹਾਂ ਦੀ ਹਾਇਰ ਐਜੂਕੇਸ਼ਨ ਨਾਲ ਰਿਲੇਟਡ ਬੋਡੀ ਸੀ। ਸੋ ਚਲੋ ਆਪਾਂ ਹੁਣ ਅੱਗੇ ਗੱਲ ਕਰਦੇ ਹਾਂ। ਸੋ ਅਗਰ ਆਪਾਂ ਇਸ ਦੇ ਸਟਰਕਚਰ ਦੀ ਗੱਲ ਕਰੀਏ, ਮਤਲਬ ਇਹਦੇ ਢਾਂਚੇ ਦੇ ਵਿੱਚ ਕੌਣ ਕੌਣ ਆਉਂਦਾ, ਤਾਂ ਆਪਾਂ ਪੜ੍ਹਦੇ ਹਾਂ ਤਾਂ ਕਮਿਸ਼ਨ ਸੈਲ ਕੰਸਿਸਟ ਆਫ ਏ ਚੇਅਰਮੈਨ, ਏ ਵਾਈਸ ਚੇਅਰਮੈਨ ਐਂਡ 10 ਅਦਰ ਮੈਂਬਰ ਟੂ ਬੀ ਅਪਾਇੰਟਡ ਬਾय ਦ ਸੈਂਟਰਲ ਗਵਰਨਮੈਂਟ। ਦ ਚੇਅਰਮੈਨ ਸੈਲ ਬੀ ਚੂਜ਼ਨ ਫਰੋਮ ਅਮੰਗ ਪਰਸਨ ਹੂ ਆਰ ਨਾਟ ਆਫਿਸਰ ਆਫ ਦ ਸੈਂਟਰਲ ਗਵਰਨਮੈਂਟ ਆਫ ਔਰ ਐਨੀ ਸਟੇਟ ਗਵਰਨਮੈਂਟ। ਕਹਿਣ ਦਾ ਮਤਲਬ ਜਿਹੜਾ ਇਹਦੇ ਕਮਿਸ਼ਨ ਦੇ ਵਿੱਚ ਨੁਮਾਇੰਦੇ ਹੁੰਦੇ ਨੇ, ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਚੇਅਰਮੈਨ ਹੁੰਦਾ ਗਾ, ਇੱਕ ਉਪ ਚੇਅਰਮੈਨ ਹੁੰਦਾ ਅਤੇ 10 ਹੋਰ ਮੈਂਬਰ ਹੁੰਦੇ ਨੇਗੇ। ਠੀਕ ਆ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨਿਯੁਕਤ ਕਰਦੀ ਆ। ਸੋ ਜਿਹੜਾ ਚੇਅਰਮੈਨ ਆਉਂਦਾ ਉਹਨੂੰ ਕੋਈ ਵੀ ਅਜਿਹਾ ਅਧਿਕਾਰੀ ਨਹੀਂ ਚੁਣ ਸਕਦਾ ਜਿਹੜਾ ਕਿ ਕਿਸੇ ਰਾਜ ਸਰਕਾਰ ਜਾਂ ਕਿਸੇ ਕੇਂਦਰ ਸਰਕਾਰ ਦਾ ਅਧਿਕਾਰੀ ਹੋਵੇ। ਸੋ ਇਸ ਤਰੀਕੇ ਨਾਲ ਇਹਦਾ ਸਟਰਕਚਰ ਬਣਾਇਆ ਗਿਆ। ਸੋ ਆਪਾਂ ਉਸ ਤੋਂ ਬਾਅਦ ਅੱਗੇ ਗੱਲ ਕਰਨੀ ਹੈ ਫੰਕਸ਼ਨਸ ਆਫ UGC। ਸੋ ਸਭ ਤੋਂ ਪਹਿਲਾਂ ਜਿਹੜਾ ਇਹਦਾ ਕੰਮ ਆ ਉਹ ਹੈ
टू एडवाइज़ द गवर्नमेंट और यूनीवर्सिटीज़ ऑन एनी रेफरेंट क्वेश्चनस टू द कमीशन, मतलब कमीशन ਨੂੰ ਦਿੱਤੇ ਗਏ ਕਿਸੇ ਵੀ ਪ੍ਰਸ਼ਨ ਬਾਰੇ ਸਰਕਾਰ ਜਾਂ ਯੂਨੀਵਰਸਿਟੀ ਨੂੰ ਸਲਾਹ ਦੇਣੀ। ਉਸ ਤੋਂ ਅੱਗੇ ਟੂ ਐਡਵਾਈਜ਼ ਇਨ ਰਿਗਾਰਡ टू द रिकोगनाइजेशन ऑफ एनी डिग्री कन्फर्ड और गरंटेड बाय द यूनीवर्सिटीज़, मतलब यूनीवर्सिटियां द्वारा दी गई किसी भी डिग्री बारे किसी भी मानता के बारे सलाह देना, मतलब ਜਿਹੜੇ ਕਾਲਜ वगैरह ने उन्होंने सलाह देंगे नੇਗੇ ਇਹ यूनीवर्सिटी ਜਿਹੜੇ कमीशन ਹੁੰਦੇ ਨੇਗੇ। सो उस तो बाद अगे हैगा टू एडवाइज़ द यूनीवर्सिटी फॉर द रिफॉर्म एंड द इंप्रूवमेंट, मतलब यूनीवर्सिटी सिक्ख्या जी उसके सुधार लैके आना, यूनीवर्सिटी सिक्ख्या के सुधार लैके आने के लिए एडवाइस देना यूनीवर्सिटियां नूं, एंड ਜਿਹੜੇ होर ਜਿਹੜੇ विद्यक संस्थ कॉलेजेस नेगे उन्होंने सुधारां बारे सलाह देनियां। सो उस तो बाद टू प्रेजेंट रिपोर्टर टू द गवर्नमेंट ऑफ इंडिया ऑफ द फाइनैशियल ईयर, मतलब ਵਿੱਤੀ ਸਾਲ ਦੀ ਭਾਰਤ ਸਰਕਾਰ ਨੂੰ ਰਿਪੋਰਟਰ ਪੇਸ਼ ਕਰਨਾ, मतलब हर एक साल ਦੇ ਵਿੱਚ ਜਿਹੜੀ ਫਾਈਨੈਂਸ਼ੀਅਲੀ ਫੰਡ ਹੁੰਦਾ ਗਾ ਉਸ ਦੇ ਬਾਰੇ ਉਹ ਸਰਕਾਰ ਨੂੰ ਦੱਸਦੀ ਆ ਵੀ ਹਾਂ ਇੰਨਾ UGC ਦੇ ਵਿੱਚ, मतलब ਇਹ ਸਰਕਾਰ ਨੂੰ ਇਹ ਦੱਸਿਆ ਜਾਂਦਾ ਕਿ ਇੱਕ ਸਾਲ ਦੇ ਵਿੱਚ ਇੰਨਾ ਪੈਸਾ UGC ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਦਿੱਤਾ ਜਾਣਾ। सो अगे टू इनकुआरी द फाइनैशियली नीड ऑफ द यूनीवर्सिटीज़, मतलब ਜਿਹੜੀਆਂ ਯੂਨੀਵਰਸਿਟੀਆਂ ਦੀਆਂ फाइनैशियली नीड्स ਹੁੰਦੀਆਂ ਨੇ ਉਹਦੇ ਬਾਰੇ ਇਨਕੁਆਰੀ ਕਰਦੀ ਆ। ਕੌਣ ਕਰਦੀ ਆ? ਯੂਨੀਵਰਸਿਟੀ ਗ੍ਰਾਂਟ ਕਮਿਸ਼ਨ। ਉਸ ਤੋਂ ਬਾਅਦ ਟੂ ਟੇਕ ਐਕਸ਼ਨ ਇਨ ਦ ਮੈਟਰਸ ਆਫ ਗ੍ਰਾਂਟਸ ਐਂਡ ਡਿਸਬਰਸਿੰਗ ਟੂ ਦ ਯੂਨੀਵਰਸਿਟੀਜ਼, मतलब ਯੂਨੀਵਰਸਿਟੀਆਂ ਨੂੰ ਦਿੱਤੀਆਂ ਜਾਂਦੀਆਂ ਗ੍ਰਾਂਟਾਂ ਤੇ ਵੰਡ ਦੇ ਮਾਮਲਿਆਂ ਵਿੱਚ ਕਾਰਵਾਈ ਕਰਨਾ। ਸੋ ਇਹ ਸੀ ਇਹਦੇ ਫੰਕਸ਼ਨਸ। ਸੋ ਆਪਾਂ ਉਸ ਤੋਂ ਬਾਅਦ ਇੱਕ ਮੇਜਰ ਐਕਟੀਵਿਟੀਜ਼ ਦੇ ਬਾਰੇ ਆਪਾਂ ਗੱਲ ਕਰਨੀ ਆ। ਮੇਜਰ ਐਕਟੀਵਿਟੀਜ਼ ਕੀ ਨੇਗੀਆਂ ਯੂਨੀਅਨ ਗ੍ਰਾਂਟ ਕਮਿਸ਼ਨ ਦੀਆਂ, ਠੀਕ ਆ, ਉਹ ਤਾਂ ਉਹਦੇ ਕੰਮ ਸੀਗੇ, ਮਤਲਬ ਕੁਛ ਇਹਦੀਆਂ ਮੇਜਰ ਐਕਟੀਵਿਟੀਜ਼ ਹੁੰਦੀਆਂ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜੀ ਮੇਜਰ ਐਕਟੀ ਦੇ ਵਿੱਚ ਆਉਂਦੀ ਆ ਉਹ ਹੁੰਦੀ ਆ ਪ੍ਰਮੋਟ ਐਂਡ ਕੋਆਰਡੀਨੇਟ ਯੂਨੀਵਰਸਿਟੀ ਐਜੂਕੇਸ਼ਨ, मतलब ਯੂਨੀਵਰਸਿਟੀ ਸਿੱਖਿਆ ਉਸ ਨੂੰ ਉਤਸ਼ਾਹਿਤ ਕਰਨਾ, ਉਸ ਦੇ ਵਿੱਚ ਤਾਲਮੇਲ ਲੈ ਕੇ ਆਉਣਾ। ਸੋ ਉਸ ਤੋਂ ਅੱਗੇ ਫਰੇਮ ਰੂਲਸ ਔਨ ਮਿਨੀਮਮ ਸਟੈਂਡਰਡ ਆਫ ਐਜੂਕੇਸ਼ਨ, मतलब ਸਿੱਖਿਆ ਦੇ ਘੱਟ ਤੋਂ ਘੱਟ ਮਾਪਦੰਡਾਂ 'ਤੇ ਇੱਕ ਫਰੇਮਨਿਜ਼ਮ ਬਣਾਉਣਾ, ਠੀਕ ਆ। ਸੋ ਉਸ ਤੋਂ ਅੱਗੇ ਸੈਟਿੰਗ ਸਟੈਂਡਰਡ ਫॉर ਐਗਜ਼ਾਮੀਨੇਸ਼ਨ ਲਾਈਕ ਆਈਕਾਰ ਨੈਟ, UGC ਨੈਟ, CSIR, UGC ਨੈਟ, ਹੈ ਨਾ। ਸੋ ਮਤਲਬ ਕਹਿਣ ਦਾ ਮਤਲਬ ਆ ਇਮਤਿਹਾਨਾਂ ਦੇ ਲਈ ਜਿਹੜੇ ਆਪਣੇ ਪੇਪਰ ਹੁੰਦੇ ਨੇਗੇ ਉਹਨਾਂ ਦੇ ਮਾਪਦੰਡਾਂ ਦੇ ਲਈ ਇੱਕ ਕਮੇਟੀ ਇੱਕ ਮਾਪਦੰਡ ਨਿਰਧਾਰਿਤ ਕਰਨਾ, ਜਿਵੇਂ ਕਿ ਜਿਹੜੀਆਂ ਆਪਣੇ ਦੇਸ਼ ਦੇ ਵਿੱਚ ਸਿੱਖਿਆ, ਜਿਵੇਂ ਆਪਣੇ ਦੇਸ਼ ਦੇ ਵਿੱਚ ਜਿਹੜੇ ਐਗਜ਼ਾਮ ਹੁੰਦੇ ਨੇ ਕਿ ਜਿਵੇਂ ਨੈਟ ਹੋ ਗਿਆ UGC ਦਾ ਨਾ, ਸੋ ਜਿਵੇਂ ICART ਹੋ ਗਿਆ ਨਾ, CSIR ਹੋ ਗਿਆ, ਠੀਕ ਆ। ਇੱਦਾਂ ਦੇ ਜਿਹੜੇ ਐਗਜ਼ਾਮ ਹੁੰਦੇ ਨੇਗੇ ਉਹਨਾਂ ਦਾ ਜਿਹੜਾ ਮਾਪਦੰਡ ਨਿਰਧਾਰਿਤ ਕੀਤਾ ਜਾਂਦਾ ਉਹ ਕਿਹਦੇ ਰਾਹੀਂ ਨਿਰਧਾਰਿਤ ਕੀਤਾ ਜਾਂਦਾ? ਉਹ ਕੀਤਾ ਜਾਂਦਾ UGC ਦੁਆਰਾ। ਸੋ ਉਸ ਤੋਂ ਅੱਗੇ ਆਪਾਂ ਗੱਲ ਕਰਨੀ ਆ ਅਲਾਓ ਗ੍ਰਾਂਟਸ ਟੂ ਦਾ ਯੂਨੀਵਰਸਿਟੀਜ਼ ਐਂਡ ਕਾਲਜਸ, मतलब ਜਿਹੜੀਆਂ ਯੂਨੀਵਰਸਿਟੀਆਂ ਨੇਗੀਆਂ ਜਾਂ ਕਾਲਜਸ ਨੇਗੇ ਉਹਨੂੰ ਇਹ ਗ੍ਰਾਂਟਾਂ ਦਿੰਦੀ ਆ। ਕੌਣ ਦਿੰਦੀ ਆ? UGC। ਸੋ ਉਸ ਤੋਂ ਅੱਗੇ ਮੇਨਟੇਨ ਦਾ ਕਨੈਕਸ਼ਨ ਬਿਟਵੀਨ ਦਾ ਯੂਨੀਅਨ ਐਂਡ ਸਟੇਟ ਗਵਰਨਮੈਂਟਸ ਐਂਡ ਇੰਸਟੀਟਿਊਸ਼ਨ ਆਫ ਹਾਇਰ ਐਜੂਕੇਸ਼ਨ, ਕਹਿਣ ਦਾ ਮਤਲਬ ਜਿਹੜੇ ਕੇਂਦਰ ਅਤੇ ਰਾਜ ਸਰਕਾਰ ਨੇਗੀ ਉਹਨਾਂ ਉੱਚ ਵਿਦਿਅਕ ਸੰਸਥਾਵਾਂ ਦੇ ਵਿਚਾਲੇ ਸੰਪਰਕ ਨੂੰ ਬਣਾਈ ਰੱਖਣਾ। ਕੌਣ ਰੱਖਦੀ ਆ ਬਣਾ ਕੇ? UGC ਰੱਖਦੀ ਹੈ, ਯੂਨੀਅਨ ਗ੍ਰਾਂਟ ਕਮਿਸ਼ਨ। ਉਸ ਤੋਂ ਅੱਗੇ ਸੁਜੈਸਟ ਮੈਂਡੇਟਰੀ ਪ੍ਰੋਸੀਜਰ ਟੂ ਸੈਂਟਰਲ ਐਂਡ ਸਟੇਟ ਗਵਰਨਮੈਂਟ ਟੂ ਮੇਕ ਪੋਜ਼ੀਟਿਵ ਚੇਂਜਸ ਇਨ ਯੂਨੀਵਰਸਿਟੀ ਐਜੂਕੇਸ਼ਨ, मतलब ਜਿਹੜੀਆਂ ਕੇਂਦਰ ਅਤੇ ਰਾਜ ਸਰਕਾਰਾਂ ਹੁੰਦੀਆਂ ਨੇ ਉਹਨਾਂ ਯੂਨੀਵਰਸਿਟੀ ਸਿੱਖਿਆ ਦੇ ਵਿੱਚ ਸਕਾਰਾਤਮਕ ਤਬਦੀਲੀਆਂ ਕਰਨ ਦੇ ਲਈ ਲਾਜ਼ਮੀ ਪ੍ਰਕਿਰਿਆਵਾਂ ਦਾ ਸੁਝਾਅ ਦੇਣਾ, ਠੀਕ ਆ। ਕੌਣ ਦਿੰਦੀ ਆ? ਉਹ UGC ਦਿੰਦੀ ਆ। ਸੋ ਉਸ ਤੋਂ ਬਾਅਦ ਆਪਾਂ ਕਰਿਕੂਲਮ ਡਿਵੈਲਪਮੈਂਟ ਸੈਂਟਰਸ, मतलब ਪਾਠਕ੍ਰਮ ਵਿਕਾਸ ਕੇਂਦਰ ਕਿਹਾ ਜਾਂਦਾ ਗਾ UGC ਨੂੰ, ਠੀਕ ਆ। ਪਾਠਕ੍ਰਮ ਨਿਰਧਾਰਿਤ ਕਰਦੀ ਆ ਇਹ ਜਿਹੜੇ ਪੇਪਰ ਹੁੰਦੇ ਨੇਗੇ ਜਿਵੇਂ ਨੈਟ ਦਾ, ਹੈ ਨਾ। ਸੋ ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਮੇਜਰ ਐਕਟੀਵਿਟੀਜ਼ ਉਹ ਹੈਗੀ ਆ ਕਾਲਜ ਸਾਇੰਸ ਇੰਪਰੂਵਮੈਂਟ, मतलब ਕਾਲਜ ਵਿਗਿਆਨ, ਇੱਦਾਂ ਦੇ ਕਾਲਜਾਂ ਦੀ ਸਥਾਪਨਾ ਕਰਨੀ ਅਤੇ ਇੱਦਾਂ ਦੇ ਕਾਲਜ ਜਿਹਦੇ ਵਿੱਚ ਸਾਇੰਸ ਨੂੰ ਮੁੱਖ ਰੱਖਿਆ ਜਾਂਦਾ ਅਤੇ ਉਹਨਾਂ ਦੇ ਵਿੱਚ ਸੁਧਾਰ ਲੈ ਕੇ ਆਉਣਾ। ਕੌਣ ਲੈ ਕੇ ਆਉਂਦੀ ਆ? UGC ਲੈ ਕੇ ਆਉਂਦੀ ਆ। ਸੋ ਉਸ ਤੋਂ ਬਾਅਦ ਮੇਨਟੇਨ ਦਾ ਕਨੈਕਸ਼ਨ ਬਿਟਵੀਨ ਦਾ NCTE NAAC, मतलब NAC। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ NCTE ਆ ਅਤੇ NAC ਦੇ ਵਿਚਕਾਰ ਇੱਕ ਕਨੈਕਸ਼ਨ ਬਣਾ ਕੇ ਰੱਖਣਾ, ਇੱਕ ਸੰਪਰਕ ਬਣਾ ਕੇ ਰੱਖਣਾ। ਸੋ ਇਹ ਸੀ ਇਹਦੀਆਂ ਮੋਟੀਆਂ-ਮੋਟੀਆਂ ਐਕਟੀਵਿਟੀਜ਼। ਸੋ ਇਸ ਤੋਂ ਇਲਾਵਾ ਯੂਨੀਅਨ ਗ੍ਰਾਂਟ ਕਮਿਸ਼ਨ ਇੱਕ ਤਾਂ ਕਾਲਜਸ ਹੋ ਗਏ, ਯੂਨੀਵਰਸਿਟੀਆਂ ਹੋ ਗਈਆਂ, ਉਹਨਾਂ ਨੂੰ ਗ੍ਰਾਂਟਾਂ ਦਿੰਦੀ ਆ, ਠੀਕ ਆ। ਸੋ ਉਸ ਤੋਂ ਬਾਅਦ ਇਹ ਟੈਲੈਂਟ ਮੁਕਾਬਲੇ ਕਰਵਾਉਂਦੀ ਆ ਜਿਸ ਦੇ ਵਿੱਚ ਵਧੀਆ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਕੱਢਿਆ ਜਾਂਦਾ ਅਤੇ ਉਹਨਾਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤਾਂ ਜੋ ਉਹ ਰਿਸਰਚ ਕਰ ਸਕਣ, ਠੀਕ ਆ। ਸੋ ਉਸ ਤੋਂ ਬਿਨਾਂ ਇਹ ਕਾਲਜਾਂ ਦੇ ਵਿੱਚ ਤਾਲਮੇਲ ਪੈਦਾ ਕਰਕੇ ਰੱਖਦੀ ਆ, ਠੀਕ ਹੈ। ਸੋ ਉਸ ਤੋਂ ਬਿਨਾਂ ਯੂਨੀਵਰਸਿਟੀ ਐਜੂਕੇਸ਼ਨ ਦੇ ਵਿੱਚ ਸੁਧਾਰ ਲੈ ਕੇ ਆਉਂਦੀ ਆ, ਆਪਸ ਉਹਨਾਂ ਦੇ ਮਿਆਰਾਂ ਨੂੰ ਉੱਚਾ ਚੱਕਦੀ। ਸੋ ਦੋਸਤੋ ਇਹ ਸੀ ਇੱਕ ਆਪਣਾ ਛੋਟਾ ਜਿਹਾ ਲੈਸਨ। ਸੋ ਆਈ ਹੋਪ ਕਿ ਤੁਹਾਨੂੰ ਪਸੰਦ ਆਇਆ ਹੋਊਗਾ। ਅਗਰ
ਕੋਈ ਵੀ ਇਨਕੁਆਰੀ ਆ ਜਾਂ ਕਿਸੇ ਨੂੰ ਕੋਈ ਕੁਝ ਸਮਝ ਨਹੀਂ ਆਇਆ ਤਾਂ ਪਲੀਜ਼ ਮੈਨੂੰ ਉਹ ਕਮੈਂਟ ਕਰਕੇ ਦੱਸ ਸਕਦਾ। ਇਹਦੀ PDF ਫਾਈਲ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਸੋ ਇਸ ਤੋਂ ਬਿਨਾਂ ਵੀ ਆਪਾਂ ਹੋਰ ਵੀਡੀਓਜ਼ ਲੈ ਕੇ ਆਵਾਂਗੇ। ਸੋ ਦੋਸਤੋ ਇਹ ਸੀ ਆਪਣਾ ਛੋਟਾ ਜਿਹਾ ਲੈਸਨ। ਸੋ ਆਈ ਹੋਪ ਕਿ ਤੁਹਾਨੂੰ ਇਹ ਪਸੰਦ ਆਇਆ ਹੋਊਗਾ। ਸੋ ਅਗਰ ਤੁਹਾਨੂੰ ਮੇਰਾ ਲੈਸਨ ਪਸੰਦ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਔਰ ਕਮੈਂਟ ਕਰੋ। ਓਕੇ ਦੋਸਤੋ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਧੰਨਵਾਦ।